ਸਤਿ ਸ਼੍ਰੀ ਅਕਾਲ ਦੋਸਤੋ। ਸਭ ਤੋਂ ਪਹਿਲਾਂ ਤਾਂ ਜਿਹੜੇ ਵੀਡੀਓ ਦੇਖਦੇ ਪਏ ਆ ਸਾਰੇ ਸੱਜਣ, ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਾਫੀ ਦਿਨਾਂ ਬਾਅਦ ਵੀਡੀਓ ਬਣਾਉਣ ਦਾ ਥੋੜਾ ਸਮਾਂ ਮਿਲਿਆ ਸੀਗਾ, ਕਿਉਂਕਿ ਕੁਝ ਰੁਝੇਵਿਆਂ ਕਰਕੇ ਬਣਾ ਨਹੀਂ ਪਾਏ। ਤੇ ਦੋਸਤੋ, ਅੱਜ ਕੱਲ੍ਹ ਜਿਹੜਾ ਸਾਡਾ ਟੌਪਿਕ ਆ, ਬੜਾ ਇੱਕ ਛੋਟਾ ਜਿਹਾ ਟੌਪਿਕ ਆ ਜਿਹੜਾ ਲੈ ਕੇ ਆਏ ਆ ਤੁਹਾਡੇ ਸਾਰਿਆਂ ਦੇ ਲਈ। ਤੇ ਦੇਖੋ, ਜਿਹੜੇ ਤੇ ਵੀਡੀਓ ਕੰਟੀਨਿਊ ਦੇਖਦੇ ਪਏ ਆ ਉਹਨਾਂ ਵਾਸਤੇ ਤਾਂ ਦੇਖੋ ਕੋਈ ਲੋੜ ਨਹੀਂ ਹੈਗੀ ਵੀ ਕੋਈ ਪੇਮੈਂਟ ਵਾਲਾ ਸਿੱਖਣ ਦੀ, ਕੋਈ ਕੁਛ ਨਹੀਂ ਆ। ਬਸ ਥੋੜਾ ਸਮਾਂ ਲੱਗੇਗਾ, ਥੋੜਾ ਪੇਸ਼ੈਂਸ ਰੱਖੋ ਤਾਂ ਤੁਸੀਂ ਇਹਦੇ ਵਿੱਚ ਹੀ ਸਾਰੀਆਂ ਚੀਜ਼ਾਂ ਆਪਣੀਆਂ ਕਲੀਅਰ ਕਰ ਲੋਗੇ ਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਵੀ ਸਕਦੇ ਹੋ। ਦੋਸਤੋ, ਅੱਜ ਗੱਲ ਕਰਨ ਜਾ ਰਹੇ ਹਾਂ ਮੂਵਿੰਗ ਐਵਰੇਜ ਜਿਹੜੀ ਆ, ਸਿੰਪਲ ਮੂਵਿੰਗ ਐਵਰੇਜ ਦੀ। ਸਿੰਪਲ ਮੂਵਿੰਗ ਐਵਰੇਜ ਜਿਹੜੀ ਹੁੰਦੀ ਆ, ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਨੂੰ ਸਮਝਦੇ ਹਾਂ ਵੀ ਸਿੰਪਲ ਮੂਵਿੰਗ ਐਵਰੇਜ ਅਸੀਂ ਪਰਟੀਕੂਲਰ ਲੈਂਦੇ ਆ। ਮੈਂ ਤੁਹਾਨੂੰ ਦੱਸਦਾ ਵਾਂ, ਇਹ ਜਿਹੜਾ ਜਰੋਦਾ ਕਾਈਟ ਪਲੇਟਫਾਰਮ ਜਿਹੜਾ ਵਾ ਉਹਦੇ ਉੱਪਰ ਚਾਰਟ ਲੱਗਾ ਵਾ, ਤੁਸੀਂ ਇੰਡੀਕੇਟਰ ਦੇ ਵਿੱਚ ਜਾ ਕੇ ਤੇ ਤੁਸੀਂ ਮੂਵਿੰਗ ਐਵਰੇਜ ਜਿਹੜੀ ਆ ਐਡ ਕਰ ਸਕਦੇ ਹੋ। ਮੂਵਿੰਗ ਐਵਰੇਜ ਤੁਸੀਂ ਐਡ ਕਰ ਸਕਦੇ ਹੋ ਤੇ ਇੱਥੇ ਜਾ ਕੇ ਤੁਸੀਂ ਐਡ ਕਰਦੇ ਸਮੇਂ ਵੀ ਚੇਂਜ ਕਰ ਸਕਦੇ ਹੋ ਤੇ ਤੁਸੀਂ ਇੱਥੇ ਇਹਦੀ ਕਨਫੀਗਰੇਸ਼ਨ ਵੀ ਚੇਂਜ ਕਰ ਸਕਦੇ ਹੋ। ਜਿਸ ਤਰ੍ਹਾਂ ਦੋਸਤੋ 200 ਦਿਨ ਦੀ ਜਿਹੜੀ ਮੂਵਿੰਗ ਐਵਰੇਜ ਆ, ਹੁਣ ਸਭ ਤੋਂ ਦੇਖੋ ਦੋਸਤੋ, 200 ਦਿਨ ਦੀ ਮੂਵਿੰਗ ਐਵਰੇਜ ਆ ਇਹ ਅਸੀਂ ਇੱਥੇ ਡਰਾਅ ਕੀਤੀ ਆ। ਤਾਂ ਇੱਕ ਸਾਡੇ ਕੋਲ 9 ਦਿਨਾਂ ਦੀ ਮੂਵਿੰਗ ਐਵਰੇਜ ਜਿਹੜੀ ਮੈਂ ਡਿਲੀਟ ਕਰ ਦੇਣਾ, ਉਹ ਸਿਰਫ ਤੁਹਾਨੂੰ ਦੱਸਣ ਦੇ ਲਈ ਸੀਗੀ ਵੀ ਮੂਵਿੰਗ ਐਵਰੇਜ ਕਿਸ ਤਰ੍ਹਾਂ ਡਰਾਅ ਕਰਦੇ ਆ। ਦੇਖੋ ਦੋਸਤੋ, ਚਾਰਟ ਲੱਗਾ SBI ਲਾਈਫ ਦਾ, ਮੂਵਿੰਗ ਐਵਰੇਜ ਆ 200 ਦਿਨ ਦੀ। ਦੇਖੋ 200 ਦਿਨ ਦੀ ਮੂਵਿੰਗ ਐਵਰੇਜ ਦਾ ਮਤਲਬ ਹੈ ਸਿੰਪਲ ਮੂਵਿੰਗ ਐਵਰੇਜ ਦੀ ਗੱਲ ਕਰਨ ਦੇ ਆ, ਐਕਸਪੋਨੈਂਸ਼ੀਅਲ ਮੂਵਿੰਗ ਐਵਰੇਜ ਦੀ ਗੱਲ ਇੱਥੇ ਨਹੀਂ ਕੀਤੀ ਜਾ ਰਹੀ। ਸਿੰਪਲ ਮੂਵਿੰਗ ਐਵਰੇਜ ਦੀ ਜਿਹੜੀ ਗੱਲ ਆ, ਉਹ 200 ਦਿਨਾਂ ਦੀ, ਜਾਂ ਤੁਸੀਂ ਜਿਹੜੇ ਵੀ ਦਿਨ ਦੀ ਮੂਵਿੰਗ ਐਵਰੇਜ ਲੈਂਦੇ ਹੋ ਉਹਨਾਂ ਦਿਨਾਂ ਦੇ ਕਲੋਜ਼ਿੰਗ ਪ੍ਰਾਈਸ ਨੂੰ। ਦੇਖੋ ਦੋਸਤੋ, ਇਹ ਗੱਲ ਕਲੋਜ਼ਿੰਗ ਦੀ ਨਹੀਂ ਆ, ਤੁਸੀਂ ਹਾਈ ਵੀ ਲੈ ਸਕਦੇ ਹੋ, ਤੁਸੀਂ ਲੋ ਵੀ ਲੈ ਸਕਦੇ ਹੋ, ਤੁਸੀਂ ਓਪਨ ਪ੍ਰਾਈਸ ਵੀ ਲੈ ਸਕਦੇ ਹੋ, ਕੋਈ ਵੀ ਪ੍ਰਾਈਸ ਲੈ ਸਕਦੇ ਹੋ। ਉਹਨਾਂ ਪ੍ਰਾਈਸ ਨੂੰ ਐਡ ਕਰਕੇ ਤੇ ਜਿੰਨੇ ਦਿਨਾਂ ਦੀ ਐਵਰੇਜ ਆ ਉਹਨੂੰ ਤੁਸੀਂ ਡਿਵਾਈਡ ਕਰ ਦੇਣਾ। ਇਸੇ ਤਰ੍ਹਾਂ ਜਿਸ ਤਰ੍ਹਾਂ ਨੈਕਸਟ ਡੇ ਚੱਲੇਗਾ, ਦੇਖੋ 200 ਦਿਨ ਦੀ ਮੂਵਿੰਗ ਐਵਰੇਜ ਆ, ਮੰਨ ਲਓ ਇਸ ਦਿਨ ਤੇ ਮੂਵਿੰਗ ਐਵਰੇਜ ਲੈਂਦੇ ਹੋ ਤੇ ਇਸ ਤੋਂ ਪਿਛਲੇ 200 ਦਿਨ ਜਿਹੜੇ ਆ ਉਹਨਾਂ ਨੂੰ ਐਡ ਕਰਕੇ ਇੱਥੇ ਜ਼ਿਆਦਾਤਰ ਮਹੱਤਵ ਕਲੋਜ਼ਿੰਗ ਨੂੰ ਦਿੱਤਾ ਜਾਂਦਾ ਵਾ, ਜਿਹੜਾ ਵੀ ਪ੍ਰਾਈਸ, ਸ਼ੇਅਰ ਪ੍ਰਾਈਸ ਜਿੱਥੇ ਕਲੋਜ਼ ਹੁੰਦਾ ਵਾ। ਦੇਖੋ ਦੋਸਤੋ, ਜਦੋਂ ਵੀ 200 ਦਿਨ ਜਿਸ ਤਰ੍ਹਾਂ ਹੁਣ ਦੇਖੋ ਇਸ ਦਿਨ ਦੀ ਗੱਲ ਕੀਤੀ ਜਾਵੇ ਤੇ ਇੱਥੇ ਮੂਵਿੰਗ ਐਵਰੇਜ ਜਿਹੜੀ ਸੀਗੀ ਉਹ ਸੀਗੀ 796 ਰੁਪਏ ਤੇ 796 ਰੁਪਏ ਮੂਵਿੰਗ ਐਵਰੇਜ ਸੀਗੀ। ਉਸ ਤੋਂ ਬਾਅਦ ਜਿਹੜੀ ਅਗਲੇ ਦਿਨ ਦੀ ਮੂਵਿੰਗ ਐਵਰੇਜ ਹੈ 700, ਅੱਜ ਦੀ ਮੂਵਿੰਗ ਐਵਰੇਜ 796 ਰੁਪਏ 60 ਪੈਸੇ, ਮਤਲਬ ਥੋੜਾ ਬਹੁਤ ਚੇਂਜ ਹੋਈ ਜਾਊਗਾ। ਤਾਂ ਪਿਛਲੇ ਦਿਨਾਂ ਦੀ ਐਵਰੇਜ ਜਿਹੜੀ ਆ ਉਹ ਕੰਟੀਨਿਊ ਗਾਂ ਆਂਦੀ ਜਾਵੇਗੀ। ਪਿਛਲਾ 200 ਦਿਨ, ਜਿਸ ਤਰ੍ਹਾਂ ਅੱਜ ਅਗਲਾ ਦਿਨ, ਜਿਸ ਤਰ੍ਹਾਂ ਹੁਣ ਅਗਲਾ ਦਿਨ ਆਵੇਗਾ ਤਾਂ ਪਿੱਛੋਂ ਇੱਕ ਦਿਨ ਘਟ ਜਾਏਗਾ। ਤਾਂ ਇਸ ਤਰ੍ਹਾਂ ਕਰਦੇ ਕਰਦੇ ਉਹਨੂੰ 200 ਦੇ ਨਾਲ 200 ਦਿਨਾਂ ਦਾ ਕਲੋਜ਼ਿੰਗ ਪ੍ਰਾਈਸ ਐਡ ਕਰਕੇ ਤਾਂ ਉਹਨੂੰ ਡਿਵਾਈਡ ਜਿਹੜਾ ਵਾ 200 ਡੇਜ਼। ਦੋਸਤੋ, ਇਹ ਸੀ ਕਿ ਮੂਵਿੰਗ ਐਵਰੇਜ ਲੱਗਦੀ ਆ। ਹੁਣ ਦੇਖੋ, ਮੂਵਿੰਗ ਐਵਰੇਜ ਦਾ ਕੰਸੈਪਟ ਜਿਹੜਾ ਵਾ ਉਹ ਹਰ ਇੱਕ ਜਿਹੜਾ ਟਰੇਡਰ ਆ, ਰਿਟੇਲ ਟਰੇਡਰ ਆ, ਹਰ ਇੱਕ ਤਰੀਕੇ ਨਾਲ, ਆਪਣੇ ਤਰੀਕੇ ਨਾਲ ਉਹਦੀ ਵਰਤੋਂ ਕਰਦਾ ਵਾ, ਉਹਦੀ ਯੂਜ਼ ਹਰ ਤਰੀਕੇ ਆਪਣੇ ਤਰੀਕੇ ਨਾਲ ਕਰਦਾ ਵਾ। ਦੇਖੋ 200 ਦਿਨ ਦਾ ਜਿਹੜਾ ਮੂਵਿੰਗ ਐਵਰੇਜ ਆ ਉਹਦਾ ਮੇਨ ਕਾਰਨ ਇਹ ਹੁੰਦਾ ਵਾ ਵੀ ਤੁਸੀਂ ਇੱਕ ਜਿਹੜਾ ਸਿੰਪਲ ਤੁਹਾਡਾ ਸ਼ੇਅਰ ਆ, ਜਿਹੜਾ ਸਿੰਪਲ ਸ਼ੇਅਰ ਆ, ਤੁਸੀਂ ਉਹਦਾ ਟ੍ਰੈਂਡ ਆਇਡੈਂਟੀਫਾਈ ਕਰਦੇ ਹੋ ਵੀ ਜਿਹੜਾ ਸ਼ੇਅਰ ਆ ਜੇ ਤਾਂ 200 ਦਿਨ ਦੀ ਮੂਵਿੰਗ ਐਵਰੇਜ ਦੇ ਉੱਪਰ ਟ੍ਰੇਡ ਕਰ ਰਿਹਾ। ਦੇਖੋ ਦੋਸਤੋ, ਮੈਂ SBI ਲਾਈਫ ਦੇ ਸ਼ੇਅਰ ਦੀ ਗੱਲ ਕਰ ਰਿਹਾ। ਦੇਖੋ ਕੁਝ ਤੁਹਾਨੂੰ ਦੇਖੋ, ਜਿਹੜੇ ਇਨਵੈਸਟਰ ਦੀ ਗੱਲ ਕਰਦਾ ਮੈਂ, ਦੇਖੋ ਜਿਹੜਾ ਰਿਟੇਲ ਇਨਵੈਸਟਰ ਆ, ਜੇ ਇਨਵੈਸਟਿੰਗ ਕਰਨੀ ਚਾਹੁੰਦਾ ਵਾ, ਮੈਂ ਉਹਨਾਂ ਦੋਸਤਾਂ ਦੀ ਵੀ ਗੱਲ ਕਰਦਾ ਵਾਂ ਜਿਹੜੇ ਦੇਖੋ ਕੰਟੀਨਿਊ ਯੂਜ਼ ਕਰਦੇ ਆ। ਉਹਨਾਂ ਨੂੰ ਤਾਂ ਸਭ ਨੂੰ ਪਤਾ ਵਾ ਵੀ ਕਿਸ ਤਰ੍ਹਾਂ ਯੂਜ਼ ਕਰਦੇ ਆ। ਇਹ ਤਾਂ ਹਰ ਹਰ ਇੱਕ ਦਾ ਟ੍ਰੇਡਿੰਗ ਕਰਨ ਦਾ ਨਜ਼ਰੀਆ ਵੱਖਰਾ ਵੱਖਰਾ ਦੋਸਤੋ ਹੁੰਦਾ ਵਾ, ਹਰ ਇੱਕ ਦਾ ਸਟਾਈਲ ਵੱਖਰਾ ਵਾ। 200 ਦਿਨ ਦੀ ਮੂਵਿੰਗ ਐਵਰੇਜ ਜਾਂ 100 ਦਿਨ ਦੀ ਜਾਂ 50 ਦਿਨ ਦੀ ਸਾਰੀਆਂ ਲਗਾ ਕੇ ਦੱਸਦੇ ਆ। ਜਿਹੜੀ ਇਹ ਐਵਰੇਜ ਹੁੰਦੀ ਆ ਇਹਨੂੰ ਅਸੀਂ ਹਰ ਆਪਣੇ ਤਰੀਕੇ ਨਾਲ ਯੂਜ਼ ਕਰਦੇ ਆ ਵੀ 200 ਦਿਨ ਦੀ ਮੂਵਿੰਗ ਐਵਰੇਜ ਨੂੰ ਕਈ ਲੋਕ ਜਿਹੜੇ ਆ ਉਹ ਤਾਂ ਯੂਜ਼ ਇਸ ਤਰ੍ਹਾਂ ਕਰਦੇ ਆ ਵੀ ਕੁਛ ਤਾਂ ਉਸ ਨੂੰ ਐਜ਼ ਏ ਰੈਜ਼ਿਸਟੈਂਸ ਯੂਜ਼ ਕਰਦੇ ਹੋਣਗੇ, ਕੁਝ ਉਸ ਨੂੰ ਸਪੋਰਟ ਯੂਜ਼ ਕਰਦੇ ਹੋਣਗੇ। ਠੀਕ ਆ ਦੋਸਤੋ, ਅਦਰਵਾਈਜ਼ ਜਿਹੜੀ ਆ ਮੂਵਿੰਗ ਐਵਰੇਜ, ਜਦੋਂ ਮੂਵਿੰਗ ਐਵਰੇਜ ਦੇ 200 ਦਿਨ ਦੇ ਥੱਲੇ ਸ਼ੇਅਰ ਪ੍ਰਾਈਸ ਟ੍ਰੇਡ ਕਰ ਰਿਹਾ ਵਾ, ਦੇਖੋ ਦੋਸਤੋ ਜਦੋਂ ਅਸੀਂ ਇਨਵੈਸਟਿੰਗ ਵਿਊ ਦੇ ਨਾਲ ਆਉਂਦੇ ਆ ਨਾ ਮਾਰਕੀਟ ਦੇ ਵਿੱਚ, ਤਾਂ ਫਿਰ ਤੁਹਾਡਾ ਜਿਹੜਾ ਪੈਸਾ ਵਾ ਲੰਮੇ ਸਮੇਂ ਦੇ ਲਈ ਤੁਸੀਂ ਇਨਵੈਸਟ ਕਰਦੇ ਹੋ ਤਾਂ 200 ਦਿਨ ਦੇ ਉੱਤੇ ਵੀ ਤੁਹਾਡਾ ਪੈਸਾ ਜਿਹੜਾ ਬਹੁਤ ਸੇਫ ਚੱਲਦਾ ਵਾ। ਦੇਖੋ ਦੋਸਤੋ, ਇਹ ਗੱਲ ਕਰ ਰਹੇ ਹਾਂ ਮਈ ਦੀ। ਹੁਣ ਮਈ ਦੇ ਉੱਤੇ ਦੇਖੋ ਦੋਸਤੋ, ਸ਼ੇਅਰ ਦਾ ਪ੍ਰਾਈਸ ਜਿਹੜਾ ਵਾ ਸੀਗਾ ਉਹ 603 ਰੁਪਏ ਦੇ ਕਰੀਬ ਟ੍ਰੇਡ, 600 ਰੁਪਏ ਦੇ ਕਰੀਬ ਜਿਹੜਾ ਵਾ ਉਹ ਟ੍ਰੇਡ ਕਰਦਾ ਪਿਆ ਸੀਗਾ। ਤੇ ਉਸ ਤੋਂ ਪਿੱਛੋਂ ਦੀ ਗੱਲ ਕਰਦੇ ਰਹੇ ਆ, ਜਦੋਂ ਦੇਖੋ ਇਹ 200 ਦਿਨ ਦੀ ਮੂਵਿੰਗ ਐਵਰੇਜ ਜਿਹੜੀ ਆ ਉਹ ਕੰਟੀਨਿਊ ਇਹਦੇ ਥੱਲੇ ਟ੍ਰੇਡ ਕਰਦਾ ਪਿਆ ਸੀ ਸ਼ੇਅਰ ਸਟਾਕ। ਜਦੋਂ ਵੀ ਸਟਾਕ ਇਸ ਤੋਂ ਉੱਤੇ ਟ੍ਰੇਡ ਕਰਨਾ ਸ਼ੁਰੂ ਕਰ ਦਿੱਤਾ ਤਾਂ ਦੇਖੋ ਕੰਟੀਨਿਊ ਸਟਾਕ ਕੰਟੀਨਿਊ ਉੱਪਰ ਅਪ ਟ੍ਰੈਂਡ ਦੇ ਵਿੱਚ ਹੀ ਜਾਂਦਾ ਰਿਹਾ। ਦੇਖੋ ਹਰ ਵਾਰੀ ਇਹ ਚੀਜ਼ ਨਹੀਂ ਚੱਲਦੀ। ਦੇਖੋ ਦੋਸਤੋ, ਹਰ ਵਾਰੀ
ਇਹ ਚੀਜ਼ਾਂ ਨਹੀਂ ਫੋਲੋ ਹੁੰਦੀਆਂ। ਮਾਰਕੀਟ ਟਾਈਮ ਟੂ ਟਾਈਮ ਜਿਹੜਾ ਵਾ ਆਪਣਾ ਬਿਹੇਵੀਅਰ ਚੇਂਜ ਕਰਦਾ ਵਾ। ਤੁਸੀਂ ਸਿਰਫ ਸਮਝਣਾ ਵਾ, ਤੁਸੀਂ ਸਮਝਣਾ। ਦੇਖੋ ਕੰਟੀਨਿਊ ਉੱਪਰ ਚੱਲਦਾ ਪਿਆ ਸਟਾਕ, ਉਸ ਤੋਂ ਬਾਅਦ ਜਦੋਂ 200 ਦਿਨ ਦੀ ਐਵਰੇਜ ਨੂੰ ਬ੍ਰੇਕ ਕੀਤਾ, ਦੇਖੋ ਉਸ ਤੋਂ ਬਾਅਦ ਇਹ ਸਟਾਕ ਜਿਹੜਾ ਵਾ ਕੀ ਕਰ ਰਿਹਾ, ਕੰਟੀਨਿਊ ਪਹਿਲਾਂ ਥੱਲੇ ਟ੍ਰੇਡ ਕਰਦਾ ਸੀਗਾ, ਫਿਰ ਉਸ ਤੋਂ ਉੱਪਰ ਟ੍ਰੇਡ ਕਰਨ ਲੱਗ ਪਿਆ, ਤਾਂ ਬਾਅਦ ਚੋਂ ਕਦੀ ਉੱਪਰ ਕਦੀ ਥੱਲੇ, ਇਹਨਾਂ ਦੋਨਾਂ ਦੇ ਵਿੱਚ ਕੰਸੋਲੀਡੇਟ, ਜਦੋਂ ਕੰਟੀਨਿਊ ਥੱਲੋਂ ਹੋ ਕੇ ਫਿਰ ਉੱਪਰ ਟ੍ਰੇਡ ਕਰ ਰਿਹਾ, ਤਾਂ ਸਟਾਕ ਹੁਣ ਦੇਖੋ 200 ਦਿਨ 811 ਤੋਂ 900 ਦੇ ਕਰੀਬ ਜਿਹੜਾ ਸਟਾਕ ਆ ਅੱਜ ਟ੍ਰੇਡ ਕਰ ਰਿਹਾ ਵਾ। ਦੋਸਤੋ ਇਹ ਜਿਹੜੀ ਮੂਵਿੰਗ ਐਵਰੇਜ ਆ, ਇਹ ਤੁਹਾਨੂੰ ਵੱਡੇ ਟ੍ਰੈਂਡ ਦਾ ਅੰਦਾਜ਼ਾ ਲਗਾਉਂਦੀ ਆ। ਅਸੀਂ ਹੋਰ ਕੋਈ ਸਟਾਕ ਲੈ ਕੇ ਦੇਖ ਲੈਂਦੇ ਆ। HDFC ਦਾ ਸਟਾਕ ਲੈ ਦਿੰਦੇ ਆ। HDFC ਤੇ ਦੇਖੋ ਦੋਸਤੋ, ਜਦੋਂ ਵੀ ਇਹਨੇ ਮੂਵਿੰਗ ਐਵਰੇਜ ਨੂੰ ਕ੍ਰਾਸ ਕੀਤਾ ਵਾ, ਦੇਖੋ ਮੇਰਾ ਪਰਪਸ ਆ ਸਿਰਫ ਤੁਹਾਨੂੰ ਇੱਕ ਚੀਜ਼ ਸਮਝਾਉਣਾ, ਐਜ਼ ਏ ਸਟੱਡੀ ਪਰਪਸ। ਦੇਖੋ ਤੁਸੀਂ ਤਜਰਬੇ ਆਪਣੇ ਖੁਦ ਕਰਨੇ ਆ। ਤੁਸੀਂ ਮਾਰਕੀਟ ਦੇ ਵਿੱਚ ਜੇ ਤੇ ਬਣੀਆਂ ਬਣਾਈਆਂ ਚੀਜ਼ਾਂ ਦੋਸਤੋ ਲੱਭੋਗੇ, ਤਾਂ ਤੁਹਾਨੂੰ ਮਾਰਕੀਟ 'ਚ ਕੁਝ ਨਹੀਂ ਮਿਲੇਗਾ। ਜ਼ਰੂਰ ਮਿਲੇਗਾ, ਸਭ ਕੁਝ ਮਿਲੇਗਾ, ਪਰ ਕੀ ਹੁੰਦਾ ਵਾ ਕਿ ਮਾਰਕੀਟ 'ਚ ਅਸੀਂ ਅੱਜ ਆਨੇ ਆ ਤਾਂ ਰਾਤੋਂ ਰਾਤ ਅਮੀਰ ਹੋਣਾ ਚਾਹੁੰਦੇ ਆ। ਜੇ ਤੇ ਇਹ ਥਿਊਰੀ ਲੈ ਕੇ ਆਏ ਹੋ ਦੋਸਤੋ, ਤਾਂ ਫਿਰ ਮਾਰਕੀਟ ਦੇ ਵਿੱਚ ਨਾ ਆਓ। ਪੈਸਾ ਬਹੁਤ ਕੀਮਤੀ ਆ, ਕੈਪੀਟਲ ਬਚਾਓ ਆਪਣੀ, ਤਾਂ ਆਪਣੇ ਬੈਂਕ ਦੇ ਵਿੱਚ FD ਕਰਾ ਲਓ। ਜ਼ਰੂਰੀ ਹੈ ਰਿਸਕ ਲੈਣਾ ਲਾਈਫ ਦੇ ਵਿੱਚ, ਫਿਰ ਉੱਥੇ ਆਪਣੇ ਪੈਸੇ ਨੂੰ ਸੇਫ ਰੱਖੋ। ਦੋਸਤੋ ਇਹ ਗੱਲ ਕਰ ਰਹੇ ਆ ਤਾਂ ਕਰਕੇ ਵੀ ਦੇਖੋ ਮਾਰਕੀਟ ਦੇ ਵਿੱਚ ਪੈਸਾ ਆਂਦਾ ਤਾਂ ਸਹੀ ਆ, ਸਭ ਨੂੰ ਦਿਖਦਾ ਵੀ ਆ, ਪਰ ਕਾਰਨ ਇਹ ਆ ਵੀ ਜਿੰਨਾ ਚਿਰ ਤੁਸੀਂ ਰਿਸਕ ਰਿਵਾਰਡ ਰੇਸ਼ੋ, ਮਨੀ ਮੈਨੇਜਮੈਂਟ ਰੇਸ਼ੋ, ਸਾਰੀਆਂ ਚੀਜ਼ਾਂ ਰੂਲਸ ਤੁਹਾਡੇ ਬਣੇ ਹੋਣਗੇ, ਡਿਸਪਲਿਨ ਤੁਹਾਡਾ ਹੋਏਗਾ, ਇਹ ਸਾਰੀਆਂ ਚੀਜ਼ਾਂ ਦਾ ਇੱਕ ਕਨਸੈਪਟ ਬਣਦਾ ਵਾ। ਕਨਸੈਪਟ ਦੇ ਨਾਲ ਹੀ ਤੁਸੀਂ ਟ੍ਰੇਡ ਕਰ ਸਕਦੇ ਹੋ। ਚਾਹੇ ਦੇਖੋ ਹੁਣ ਮੰਨ ਲਓ ਕੋਈ ਚੀਜ਼ ਆ, ਜਿਸ ਤਰ੍ਹਾਂ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਵੀ ਜਿਹੜੇ ਵੀ ਸਟਾਕ ਹੁੰਦੇ ਆ, ਜਿਹੜੇ ਸਟਾਕ ਤੁਹਾਨੂੰ ਦੱਸਿਆ ਸੀਗਾ ਵੀ ਇਨਵੈਸਟਿੰਗ ਦੇ ਲਈ ਜਿਹੜਾ 45 ਡਿਗਰੀ ਦੇ ਸਟਾਕ ਚੱਲਦੇ ਆ ਉਹ ਚੂਜ਼ ਕਰਨੇ, ਬਟ ਉਹਦੇ ਵਿੱਚ ਤੁਸੀਂ ਇੱਕ ਫਿਲਟਰ ਮੰਨ ਲਓ 200 ਦਿਨ ਦੀ ਮੂਵਿੰਗ ਐਵਰੇਜ ਦਾ ਲਾ ਦਿੰਦੇ ਹੋ, ਤੇ ਤੁਹਾਡੇ ਵਾਸਤੇ ਇੱਕ ਹੋਰ ਵਧੀਆ ਤੁਹਾਨੂੰ ਇੱਕ ਫਿਲਟਰ ਹੋ ਕੇ ਆ ਜਾਏਗਾ ਵੀ ਇਹ ਸਟਾਕ 200 ਦਿਨ ਦੀ ਮੂਵਿੰਗ ਐਵਰੇਜ ਤੋਂ ਥੱਲੇ ਟ੍ਰੇਡ ਕਰ ਰਿਹਾ, ਮੈਂ ਇਹਦੇ ਵਿੱਚ ਨਹੀਂ ਜਾਣਾ। ਜਿਹੜਾ 200 ਦਿਨ ਦੀ ਮੂਵਿੰਗ ਐਵਰੇਜ ਦੇ ਬਿਲਕੁਲ ਕਲੋਜ਼ ਚੱਲ ਰਿਹਾ ਵਾ, ਕਲੋਜ਼ ਆ, ਜਦੋਂ ਬ੍ਰੇਕਆਊਟ ਨੂੰ ਦਿੰਦਾ ਵਾ ਤਾਂ ਉੱਥੇ ਟ੍ਰੇਡ ਕਰ ਸਕਦੇ ਹੋ। ਉਸ ਤੋਂ ਥੱਲੇ ਦਾ ਸਟਾਪ ਲੋਸ ਦੇਖ ਲਓ ਵੀ ਜੇ ਫੇਰ ਉਹਦੇ ਥੱਲੇ ਕਲੋਜ਼ ਕਰ ਜਾਏਗਾ ਤਾਂ ਤੁਸੀਂ ਨਿਕਲ ਜਾਵੋ। ਤੁਹਾਨੂੰ ਨਹੀਂ ਕਨਸੈਪਟ ਸਮਝ ਲੱਗਦਾ ਤਾਂ ਉਸ ਨੂੰ ਬਾਰ-ਬਾਰ ਦੇਖੋ ਦੋਸਤੋ, ਇੱਕ ਚੀਜ਼ ਨੂੰ ਬਾਰ-ਬਾਰ ਟਰਾਈ ਕਰੋ। ਹੁਣ ਜਿਹੜੀ ਮੂਵਿੰਗ ਐਵਰੇਜ ਆ, ਦੇਖੋ ਦੋਸਤੋ ਬਹੁਤੀ ਲੰਮੇ ਸਮੇਂ ਦੀ ਵੀਡੀਓ ਨਹੀਂ ਬਣਾਉਂਦਾ, ਸਾਰੀ ਵੀਡੀਓ ਦੇਖਿਓ, ਤੁਹਾਨੂੰ ਕਾਫੀ ਚੀਜ਼ਾਂ ਇਹਦੇ ਵਿੱਚ ਕਲੀਅਰ ਹੋ ਜਾਣਗੀਆਂ। ਮੰਨ ਲਓ ਇਹ ਤਾਂ ਸੀ 200 ਦਿਨ ਦੀ ਮੂਵਿੰਗ ਐਵਰੇਜ। ਹੁਣ ਆਪਾਂ ਮੂਵਿੰਗ ਐਵਰੇਜ ਜਿਹੜੀ ਸਪੋਜ਼ ਕਰੋ ਇੱਕ ਐਡ ਕਰ ਦਿੰਦੇ ਆ ਇੱਥੇ। ਇੱਥੇ ਦੋਸਤੋ ਮੂਵਿੰਗ ਐਵਰੇਜ ਜਿਹੜੀ ਐਡ ਕਰਦੇ ਆ ਆਪਾਂ, ਹੁਣ ਐਡ ਕੀਤੀ ਆ 100 ਦਿਨਾਂ ਦੀ ਮੂਵਿੰਗ ਐਵਰੇਜ। 100 ਡੇਜ਼ ਦੀ ਮੂਵਿੰਗ ਐਵਰੇਜ ਜਿਹੜੀ ਆ ਉਹ ਤੇ ਉਹ ਕਲੋਜ਼ਿੰਗ ਦੇ ਬੇਸ ਆ। ਸੋਰਸ ਤੁਸੀਂ ਕੋਈ ਵੀ ਕਰ ਸਕਦੇ ਹੋ, ਸੋਰਸ ਤੁਸੀਂ ਕੋਈ ਵੀ ਕਰ ਸਕਦੇ ਹੋ। ਅਸੀਂ ਕਲੋਜ਼ਿੰਗ ਨੂੰ ਤਾਂ ਲੈਂਦੇ, ਜ਼ਿਆਦਾਤਰ ਕਲੋਜ਼ਿੰਗ ਤੇ ਜਿਹੜੀ ਆ ਜ਼ਿਆਦਾ ਇਫੈਕਟਿਵ ਹੁੰਦੀ ਆ। ਇਸੇ ਤਰ੍ਹਾਂ ਦੋਸਤੋ ਇਹਦਾ ਆਪਾਂ ਕਲਰ ਥੋੜਾ ਚੇਂਜ ਕਰਦੇ ਆ ਨਾ। ਦੇਖੋ ਇਹ ਜਿਹੜੀ ਹੁਣ ਪਹਿਲਾਂ ਤਾਂ 200 ਦਿਨਾਂ ਦੀ ਸੀ ਵੀ, ਜਿਹੜੇ 200 ਦਿਨ ਵਾ ਉਹਨਾਂ ਦੇ ਕਲੋਜ਼ ਪ੍ਰਾਈਸ ਨੂੰ ਪਲੱਸ ਐਡ ਕਰਕੇ ਤਾਂ ਉਹਨੂੰ ਡਿਵਾਈਡ 200। ਇਸੇ ਤਰ੍ਹਾਂ ਸੇਮ ਮੈਥਡ ਜਿਹੜਾ ਵਾ, ਦੇਖੋ ਦੋਸਤੋ ਹੁਣ ਵੱਖ-ਵੱਖ ਜਿਹੜੇ ਵੱਡੇ ਪਲੇਅਰ ਆ ਉਹ ਵੱਖ-ਵੱਖ ਤਰੀਕਿਆਂ ਨਾਲ ਇਹਨੂੰ ਆਇਡੈਂਟੀਫਾਈ ਕਰਦੇ ਆ, ਵੱਖ-ਵੱਖ ਤਰੀਕਿਆਂ ਨਾਲ ਉਹਨੂੰ ਟ੍ਰੇਡ ਲੈਂਦੇ ਆ। ਕੁਝ 100 ਦਿਨ ਦੀ ਮੂਵਿੰਗ ਐਵਰੇਜ ਨੂੰ ਟ੍ਰੇਡਿੰਗ 'ਤੇ ਆਪਣੇ ਕਰਦੇ ਆ, ਕੁਝ ਕ੍ਰਾਸ ਓਵਰ ਕਰਦੇ ਆ, ਵੱਡਾ ਕ੍ਰਾਸ ਓਵਰ ਦੇਖਦੇ ਆ, ਕੋਈ ਪਰਸਨ ਛੋਟਾ ਕ੍ਰਾਸ ਓਵਰ ਦੇਖਦੇ ਆ। ਇਸੇ ਤਰ੍ਹਾਂ ਦੋਸਤੋ ਜਿੰਨਾ ਚਿਰ ਸਟਾਕ, ਆਪਾਂ ਦੇਖੋ ਆਪਾਂ ਗੱਲ ਕਰ ਰਹੇ ਹਾਂ ਸਟਾਕ ਦੀ ਪੋਜ਼ਿਟਿਵਿਟੀ ਦੀ, ਵੀ ਸਟਾਕ ਜਿਹੜਾ ਵਾ ਅਸੀਂ ਲੈਣਾ ਵਾ, ਸਟਾਕ ਸਾਨੂੰ ਚੰਗੇ ਟ੍ਰੈਂਡ ਤੇ ਮਿਲੇ, ਸਟਾਕ ਸਾਨੂੰ ਚੰਗਾ ਮਿਲੇ, ਜਿਹਦੇ ਵਿੱਚ ਅਸੀਂ ਇਨਵੈਸਟਮੈਂਟ ਕਰਨੀ ਚਾਹੁੰਦੇ ਹਾਂ। ਦੇਖੋ ਦੋਸਤੋ ਜੇ ਇਹਦੇ ਵਿੱਚ ਆਪਾਂ ਇੱਕ ਹੋਰ ਮੂਵਿੰਗ ਐਵਰੇਜ ਐਡ ਕਰ ਦਈਏ, ਜਿਹੜੀਆਂ ਦੋਸਤੋ ਮੂਵਿੰਗ ਐਵਰੇਜ ਐਡ ਹੋ ਰਹੀਆਂ ਵਾ ਇਹ ਸਿਰਫ ਤੇ ਸਿਰਫ ਤੁਹਾਨੂੰ ਇੱਕ ਸਮਝਾਉਣ ਵਾਸਤੇ ਹੀ ਐਡ ਕਰ ਰਹੇ ਆ। ਦੇਖੋ ਟ੍ਰੇਡ ਤੁਸੀਂ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਸਲਾਹ ਦੇ ਨਾਲ ਹੀ ਲੈਣਾ ਵਾ। ਇੱਕ ਮਿੰਟ ਦੋਸਤੋ, ਇਸੇ ਤਰ੍ਹਾਂ ਦੋਸਤੋ ਜਿਹੜੀ ਇਸ ਤੋਂ ਬਾਅਦ ਇੱਕ ਐਵਰੇਜ ਅਸੀਂ ਐਡ ਕਰਦੇ ਹਾਂ, ਮੂਵਿੰਗ ਐਵਰੇਜ। ਪਹਿਲਾਂ ਚੈਨਲ ਲੱਗ ਗਿਆ ਸੀਗਾ। ਮੂਵਿੰਗ ਐਵਰੇਜ ਦੇ ਵਿੱਚ ਹੁਣ ਅਸੀਂ ਐਡ ਕਰਦੇ ਹਾਂ 50 ਦਿਨ ਦੀ 50 ਡੇਜ਼ ਮੂਵਿੰਗ ਐਵਰੇਜ ਜਿਹੜੀ ਆ ਉਹ ਐਡ ਕਰਦੇ ਆ, ਤਾਂ ਉਸ ਦਾ ਕਲਰ ਅਸੀਂ ਇਹਦੇ ਗ੍ਰੀਨ ਕਰ ਦਿੰਦੇ ਆ। ਦੇਖੋ ਦੋਸਤੋ 50 ਡੇ ਦੀ ਮੂਵਿੰਗ ਐਵਰੇਜ ਹੋ ਗਈ। ਹੁਣ ਦੇਖੋ ਦੋਸਤੋ ਸਾਰੀਆਂ ਜਿਹੜੀਆਂ ਮੂਵਿੰਗ ਐਵਰੇਜ ਆ ਛੋਟੇ ਸੈਟਅਪ ਦੀਆਂ ਮੂਵਿੰਗ ਐਵਰੇਜ ਤੋਂ ਵੱਡੇ ਦੀਆਂ, ਜਿਸ ਤਰ੍ਹਾਂ 50 ਦੀ ਆ, 100 ਦੀ ਆ, 200 ਦੀ ਆ, ਸਿੰਪਲ ਮੂਵਿੰਗ ਐਵਰੇਜ ਦੀ ਗੱਲ ਕਰ ਰਹੇ ਆ। ਇਹ ਜਿਹੜੀਆਂ ਐਵਰੇਜ ਦੀਆਂ ਆਪਾਂ ਗੱਲ ਕਰਦੇ ਟ੍ਰੈਂਡ ਨੂੰ ਆਇਡੈਂਟੀਫਾਈ ਕਰਦੀਆਂ ਵਾ। ਦੇਖੋ 200 ਦਿਨ ਦੀ ਮੂਵਿੰਗ ਐਵਰੇਜ ਇੱਕ ਵੱਡੇ ਟ੍ਰੈਂਡ ਨੂੰ ਫੋਲੋ ਕਰਦੀ ਆ ਵੀ ਜਿਸ ਤਰ੍ਹਾਂ ਇਹ ਜਿੰਨਾ ਚਿਰ ਦੋਸਤੋ ਇਸ ਦੇ ਉੱਪਰ ਸਟਾਕ ਆ, ਸਟਾਕ ਨੂੰ ਪੋਜ਼ਿਟਿਵ ਮੰਨਿਆ ਜਾਂਦਾ ਵਾ।
ਜਦੋਂ ਇਸ ਤੋਂ ਸਟਾਕ ਥੱਲੇ ਕਲੋਜ਼ ਦੇਣਾ ਸ਼ੁਰੂ ਕਰਦੇ, ਕੰਟੀਨਿਊ ਇਸ ਤੋਂ ਥੱਲੇ ਕਲੋਜ਼ਿੰਗ ਦੇਣਾ ਸ਼ੁਰੂ ਕਰਦੇ, ਇਹ ਫਿਰ ਡਾਊਨ ਟ੍ਰੈਂਡ ਦਾ ਸ਼ੇਅਰ ਜਿਹੜਾ ਵਾ ਮੰਨਿਆ ਜਾਂਦਾ ਵਾ। ਤੇ ਦੇਖੋ ਦੋਸਤੋ, ਜਿਹੜਾ ਸਟਾਕ ਡਾਊਨ ਟ੍ਰੈਂਡ ਦਾ ਵਾ, ਇਹਦੇ ਵਿੱਚ ਕਦੀ ਵੀ ਤੁਹਾਡਾ ਪੈਸਾ ਨਹੀਂ ਬਣਦਾ, ਪੈਸਾ ਅਪ ਟ੍ਰੈਂਡ ਦਾ ਹੀ ਬਣਦਾ ਵਾ। ਜਦੋਂ ਤੁਸੀਂ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ, ਤੁਸੀਂ ਆਪਣੇ ਸੈਟਅਪ ਨੂੰ ਫੋਲੋ ਕਰੋ। ਹੁਣ ਦੇਖੋ ਦੋਸਤੋ, ਜੇ ਮੈਂ 200 ਦਿਨ ਦੀ ਮੂਵਿੰਗ ਐਵਰੇਜ ਹਟਾ ਦਿੰਦਾ ਵਾਂ, ਕੁਝ ਪਰਸਨ ਤਾਂ ਜਿਹੜੇ ਆ ਮੂਵਿੰਗ ਐਵਰੇਜ 100 ਤੇ 150 ਡੇਜ਼ ਦੀ ਮੂਵਿੰਗ ਐਵਰੇਜ ਦੇ ਕ੍ਰਾਸ ਓਵਰ ਨੂੰ ਵੀ ਫੋਲੋ ਕਰਦੇ। ਦੇਖੋ ਕੰਟੀਨਿਊ ਇਹ ਜਿਹੜਾ ਵਾ ਸੈਟਅਪ ਨਹੀਂ ਬਣਦਾ। ਜੇ ਮੈਂ ਗੱਲ ਕਰਾਂ, ਤੁਸੀਂ ਇਹ ਮੰਨੋ ਵੀ ਕੰਟੀਨਿਊ ਕ੍ਰਾਸ ਓਵਰ ਜਿਹੜੇ ਆ ਇਹ ਬਣਦੇ ਆ, ਕੰਟੀਨਿਊ ਬਣਦੇ ਨਹੀਂ ਆ। ਤੁਸੀਂ ਜਦੋਂ ਕੰਟੀਨਿਊ ਕੋਈ ਵੀ ਇੱਕ ਸੈਟਅਪ ਤੇ ਕੰਮ ਕਰਨਾ ਸ਼ੁਰੂ ਕਰ ਦਿਓ ਨਾ, ਤਾਂ ਤੁਹਾਨੂੰ ਇਹਦੇ ਵਿੱਚੋਂ ਖੁਦ ਹੀ ਤੁਸੀਂ ਆਪਣੀਆਂ ਚੀਜ਼ਾਂ ਅਡਾਪਟ ਕਰ ਲੈਣੀਆਂ, ਖੁਦ ਹੀ ਤੁਹਾਨੂੰ ਪਤਾ ਲੱਗ ਜਾਣਾ ਵੀ ਕਿਹੜੀ ਚੀਜ਼ ਹੁਣ ਕਿਸ ਤਰ੍ਹਾਂ ਦਾ ਸੈਟਅਪ ਬਣਿਆ ਵਾ, ਤਾਂ ਮੇਰਾ ਟ੍ਰੇਡ ਜਿਹੜਾ ਉਹ ਹੁਣ ਪੋਜ਼ਿਟਿਵ ਹੋ ਸਕਦਾ ਵਾ। ਮੈਂ ਪੋਜੀਸ਼ਨ ਬਣਾਉਣੀ ਆ, ਸਵਿੰਗ ਟ੍ਰੇਡ ਕਰਨਾ, ਲੌਂਗ ਪੋਜੀਸ਼ਨ ਬਣਾਉਣੀ ਆ, ਤਾਂ ਮੇਰੀ ਪੋਜੀਸ਼ਨ ਵਧੀਆ ਬਣ ਸਕਦੀ ਆ। ਇਸੇ ਤਰ੍ਹਾਂ ਦੋਸਤੋ, ਜੇ ਕੁਝ ਪਰਸਨ ਜਿਹੜੇ ਆ ਉਹ ਟ੍ਰੇਡ ਕਰਦੇ ਆ, ਜੇ ਮੈਂ ਗੱਲ ਕਰਾਂ ਤਾਂ ਉਹ 20 ਤੇ 50 ਡੇਜ਼ ਦੀ ਮੂਵਿੰਗ ਐਵਰੇਜ ਦੇ ਕ੍ਰਾਸ ਓਵਰ ਨੂੰ ਵੀ ਕਰਦੇ ਆ। ਦੇਖੋ ਦੋਸਤੋ, ਇਹ ਹਰ ਇੱਕ ਦਾ ਸੈਟਅਪ ਆ। ਜਿੰਨਾ ਜਿੰਨਾ ਛੋਟਾ ਕ੍ਰਾਸ ਓਵਰ ਲਓਗੇ, ਥੋੜਾ ਜਿਹਾ ਤੁਹਾਨੂੰ ਜਲਦੀ ਮੋਮੈਂਟਮ, ਦੇਖੋ ਵੱਡੇ ਟ੍ਰੈਂਡ ਦੇ ਉੱਤੇ ਕੰਮ ਕਰਨਾ ਤਾਂ ਸਟਾਪ ਲਾਸ ਵੀ ਵੱਡਾ ਹੋ ਜਾਂਦਾ ਵਾ, ਤਾਂ ਤੁਹਾਨੂੰ ਪੇਸ਼ੈਂਸ ਵੀ ਜ਼ਿਆਦਾ ਰੱਖਣਾ ਪੈਂਦਾ। ਦੇਖੋ 50 ਤੇ ਦੇਖੋ ਇੱਕ ਕੰਸੈਪਟ ਆ, ਤੁਸੀਂ ਕਿਸੇ ਵੀ ਕੰਸੈਪਟ ਨੂੰ ਫੋਲੋ ਕਰਦੇ ਹੋ, ਸਿੰਗਲ ਮੂਵਿੰਗ ਐਵਰੇਜ ਨੂੰ ਜਾਂ ਡਬਲ ਦੇ ਕ੍ਰਾਸ ਓਵਰ ਨੂੰ ਫੋਲੋ ਕਰਦੇ ਹੋ, ਦੇਖੋ ਤੁਹਾਨੂੰ ਬਹੁਤ ਵਧੀਆ ਇੱਕ ਸਿਗਨਲ ਮਿਲ ਜਾਂਦਾ। ਤੁਹਾਨੂੰ ਇਹ ਪਤਾ ਲੱਗ ਜਾਂਦਾ ਵੀ ਦੇਖੋ ਹੁਣ ਇੱਥੇ ਦੇਖੋ, ਆ ਜਿਹੜੀ ਬਲੂ ਲਾਈਨ ਆ, ਬਲੂ ਲਾਈਨ ਹੈਗੀ ਆ 20 ਡੇ ਦੀ ਮੂਵਿੰਗ ਐਵਰੇਜ, ਤਾਂ 50 ਡੇ ਦੀ ਮੂਵਿੰਗ ਐਵਰੇਜ ਤੋਂ ਕ੍ਰਾਸ ਓਵਰ ਕਰ ਰਹੀ ਆ। ਦੇਖੋ ਦੋਸਤੋ, ਦਾ ਉਸ ਤੋਂ ਬਾਅਦ ਕੰਟੀਨਿਊ ਦੇਖੋ, ਇਸ ਤੋਂ ਬਾਅਦ ਕ੍ਰਾਸ ਤੋਂ ਬਾਅਦ ਫਿਰ ਉੱਪਰ ਗਈ ਆ, ਫਿਰ ਕ੍ਰਾਸ ਤੋਂ ਬਾਅਦ ਫਾਲ। ਦੇਖੋ ਇੱਥੇ ਇਹਨੇ ਨੀਚੇੋਂ ਕ੍ਰਾਸ ਓਵਰ ਕੀਤਾ ਵਾ, ਤਾਂ ਸਟਾਕ ਕੰਟੀਨਿਊ ਉਹਦੇ ਉੱਤੇ ਟ੍ਰੇਡ ਕਰ ਰਿਹਾ। ਬਟ ਜਦੋਂ ਇੱਥੇ ਦੇਖੋ ਕ੍ਰਾਸ ਓਵਰ ਹੋਇਆ, ਤੇ ਮਾਰਕੀਟ ਅਪ ਟ੍ਰੈਂਡ ਦੇ ਵਿੱਚ ਆ ਕੇ ਕੰਟੀਨਿਊ ਉੱਪਰ ਨੂੰ ਜਾ ਰਹੀ ਆ, ਤਾਂ ਜਿਹੜੀ ਛੋਟੀ 20 ਡੇਜ਼ ਦੀ ਮੂਵਿੰਗ ਐਵਰੇਜ ਆ, ਦੇਖੋ ਉਹ ਬਿਲਕੁਲ ਉਹਦੇ ਕੰਟੀਨਿਊ ਪੈਰਲਰ ਜਿਹੜੀ ਆ ਉਹਨੂੰ ਸਪੋਰਟ ਦੇ ਰਹੀ ਆ, ਤਾਂ ਪੈਰਲਰ ਚੱਲ ਰਹੀ ਆ। ਦੇਖੋ ਦੋਸਤੋ, ਇੱਕ ਕ੍ਰਾਸ ਓਵਰ ਅਸੀਂ ਕਰਦੇ ਆ, ਹਰ ਇੱਕ ਦਾ ਆਪਣਾ ਆਪਣਾ ਸੈਟਅਪ ਆ। ਮੇਰਾ ਸਿਰਫ ਤੁਹਾਨੂੰ ਦੱਸਣ ਦਾ ਇਹ ਮਕਸਦ ਸੀਗਾ ਵੀ ਜਦੋਂ ਕੋਈ ਵੀ ਸਟਾਕ ਛੋਟੀ ਮੂਵਿੰਗ ਐਵਰੇਜ ਤੋਂ ਲੈ ਕੇ ਵੱਡੀ ਮੂਵਿੰਗ ਐਵਰੇਜ ਦੇ ਉੱਪਰ ਟ੍ਰੇਡ ਕਰਨਾ ਸ਼ੁਰੂ ਕਰ ਦਿੰਦਾ ਵਾ, ਤਾਂ ਇੱਕ ਪੋਜ਼ਿਟਿਵ ਮੋਮੈਂਟਮ ਮੰਨਿਆ ਜਾਂਦਾ, ਪੋਜ਼ਿਟਿਵ ਮੰਨਿਆ ਜਾਂਦਾ ਉਹ ਸਟਾਕ। ਜੇ ਤਾਂ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਤੁਸੀਂ ਸਮਝਣਾ ਸ਼ੁਰੂ ਕਰ ਦਿਓ ਨਾ, ਤੁਸੀਂ ਸਿੱਖਣਾ ਸ਼ੁਰੂ ਕਰ ਦਿਓ, ਤਾਂ ਤੁਹਾਨੂੰ ਕਦੀ ਵੀ ਮਾਰਕੀਟ ਦੇ ਵਿੱਚ ਲਾਸ ਨਹੀਂ ਹੋਵੇਗਾ। ਜਦੋਂ ਵੀ ਤੁਸੀਂ ਮਾਰਕੀਟ ਦੇ ਵਿੱਚ ਆਉਂਦੇ ਹੋ ਨਾ, ਤਾਂ ਮਾਰਕੀਟ 'ਚ ਪਹਿਲਾਂ ਤਾਂ ਆਪਣੀ ਸਾਰੀਆਂ ਚੀਜ਼ਾਂ ਨੂੰ ਫੋਲੋ ਕਰੋ। ਇਹ ਡਿਸਾਈਡ ਕਰੋ ਵੀ ਮੈਂ ਲਾਸ ਕਿੰਨਾ ਲੈ ਸਕਦਾ ਵਾਂ, ਇਹ ਡਿਸਾਈਡ ਕਰੋ ਵੀ ਮੇਰਾ ਸਟਾਪ ਲਾਸ ਕੀ ਆ। ਸਭ ਤੋਂ ਵੱਡੀ ਗੱਲ ਇਹੋ ਹੀ ਹੁੰਦੀ ਆ ਵੀ ਜਦੋਂ ਵੀ ਅਸੀਂ ਟ੍ਰੇਡ ਲੈਂਦੇ, ਸਾਡਾ ਸਟਾਪ ਲਾਸ ਹੋ ਜਾਂਦਾ। ਸਭ ਤੋਂ ਪਹਿਲਾਂ ਦੋਸਤੋ, ਤਾਂ ਕੋਈ ਇੱਕ ਸੈਟਅਪ ਤਿਆਰ ਕਰੋ ਨਾ ਆਪਣਾ। ਹੁਣ ਮੂਵਿੰਗ ਐਵਰੇਜ ਆ, ਤੁਸੀਂ ਕ੍ਰਾਸ ਓਵਰ ਨੂੰ ਮੰਨ ਕੇ ਚੱਲਦੇ ਹੋ, ਤੁਸੀਂ ਕ੍ਰਾਸ ਓਵਰ ਦੀ ਸਟ੍ਰੈਟਜੀ ਨੂੰ ਲੈ ਲਓ, ਤੁਸੀਂ ਸਿੰਗਲ 200 ਦੀ ਨੂੰ ਸਟ੍ਰੈਟਜੀ ਨੂੰ ਫੋਲੋ ਕਰਨਾ ਸ਼ੁਰੂ ਕਰ ਦਿਓ। ਤੁਸੀਂ ਕਿਸੇ ਵੀ ਇੱਕ ਸਟ੍ਰੈਟਜੀ ਨੂੰ ਫੋਲੋ ਕਰਨਾ ਸ਼ੁਰੂ ਕਰੋ ਨਾ, ਕੰਟੀਨਿਊ ਕਰੋ, ਪੇਪਰ ਟ੍ਰੇਡ ਕਰ ਲਓ, ਇੱਕ ਛੋਟੀ ਕੁਆਂਟੀਟੀ ਤੋਂ ਸ਼ੁਰੂ ਕਰੋ ਨਾ। ਜਦੋਂ ਵੀ ਤੁਸੀਂ ਉਹਦੇ ਉੱਪਰ ਕੰਟੀਨਿਊ ਇੱਕ ਸੈਟਅਪ ਦੇ ਉੱਪਰ ਟ੍ਰੇਡ ਕਰੋਗੇ ਨਾ, ਦੇਖੋ ਦੋਸਤੋ, ਮਾਰਕੀਟ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਨਾਲ ਸਟ੍ਰੈਟਜੀਆਂ ਮਿਲ ਜਾਣਗੀਆਂ, ਬਣੀਆਂ ਬਣਾਈਆਂ ਲੱਭਦੇ ਆ, ਤੇ ਬਣੀਆਂ ਬਣਾਈਆਂ ਮਿਲ ਵੀ ਜਾਂਦੀਆਂ ਵਾ। ਹਰ ਇੱਕ ਦਾ ਆਪਣਾ ਪਰਸਨਲ ਵਿਊ ਹੁੰਦਾ ਵਾ, ਹਰ ਇੱਕ ਆਪਣੀ ਸਟ੍ਰੈਟਜੀ ਦੇ ਵਿੱਚ ਮਾਹਿਰ ਹੁੰਦਾ ਵਾ। ਦੋਸਤੋ, ਸਿੱਖੋ ਚੀਜ਼ਾਂ ਸਾਰੀਆਂ, ਪਰ ਕਰੋ ਇੱਕ। ਸਾਰੀਆਂ ਸਿੱਖ ਕੇ ਸਾਰੀਆਂ ਕਰੋਗੇ ਤਾਂ ਪੈਸਾ ਨਹੀਂ ਬਣੇਗਾ। ਮਾਰਕੀਟ ਰਿਵਾਰਡ ਉਹਨੂੰ ਕਰਦੀ ਹੈ ਜਿਹੜਾ ਡਿਸਿਪਲਨ ਦੇ ਨਾਲ ਆਪਣਾ ਟ੍ਰੇਡ ਕਰਦਾ ਵਾ। ਮਾਰਕੀਟ ਉਹਨੂੰ ਰਿਵਾਰਡ ਕਰਦੀ ਆ, ਤੁਹਾਡੇ ਪੇਸ਼ੈਂਸ ਨੂੰ ਰਿਵਾਰਡ ਹੁੰਦਾ ਵਾ। ਮਾਰਕੀਟ ਦੇ ਵਿੱਚ ਟਾਈਮ ਇਨਵੈਸਟ ਕਰਨਾ ਪੈਂਦਾ ਵਾ। ਮਾਰਕੀਟ ਦੇ ਵਿੱਚ ਬੈਠ ਕੇ ਤੁਹਾਨੂੰ ਜੇ ਮਨੀ ਐਂਡ ਟਾਈਮ ਇਨਵੈਸਟ ਦੋਨੇ ਕਰੋਗੇ, ਤੇ ਪ੍ਰਾਈਸ ਜਿਹੜਾ ਵਾ ਤੁਸੀਂ ਜਲਦੀ ਪਿਕ ਕਰ ਪਾਓਗੇ। ਕੰਟੀਨਿਊ ਚਾਰਟ ਨੂੰ ਦੇਖੋ, ਸਕੈਨਰ ਲਾਉਣ ਦੀ ਕੀ ਲੋੜ ਆ, ਕਿਹੜੀਆਂ ਚੀਜ਼ਾਂ ਲਾਉਣ ਦੀ ਲੋੜ ਆ, ਤੁਹਾਨੂੰ ਕਿਸੇ ਚੀਜ਼ ਦੀ ਦੋਸਤੋ ਜ਼ਰੂਰਤ ਨਹੀਂ ਆ। ਤੁਸੀਂ ਆਪਣੀਆਂ ਆਈ ਜਿਹੜੀ ਆ, ਤੁਹਾਡੀਆਂ ਅੱਖਾਂ ਵਾ ਦੋਸਤੋ, ਸਭ ਤੋਂ ਵੱਡਾ ਸਕੈਨਰ ਤੁਹਾਡੀਆਂ ਅੱਖਾਂ ਹੁੰਦੀਆਂ ਵਾ। ਸਭ ਤੋਂ ਪਹਿਲਾਂ ਪ੍ਰਾਈਜ਼ ਅੱਖਾਂ ਪੜ੍ਹਦੀਆਂ ਵਾ। ਇੰਨਾ ਕਿ ਆਪਣੇ ਆਪ ਨੂੰ ਕਾਬਿਲ ਕਰੋ ਵੀ ਤੁਸੀਂ ਮਾਰਕੀਟ ਦੇ ਵਿੱਚ ਤੁਹਾਨੂੰ ਪਤਾ ਲੱਗ ਜੇ ਵੀ ਹੁਣ ਸਟਾਕ ਜਿਹੜਾ ਵਾ ਹੁਣ ਉੱਪਰ ਜਾਏਗਾ ਜਾਂ ਥੱਲੇ ਜਾਏਗਾ। ਦੋਸਤੋ ਦੇਖੋ, ਤੁਸੀਂ ਕੰਟੀਨਿਊ ਇੱਕ ਚੀਜ਼ ਨੂੰ ਕਰੋ, ਮੇਰੀ ਮੰਨੋ, ਕੰਟੀਨਿਊ ਕੋਈ ਵੀ ਇੱਕ ਕੰਸੈਪਟ ਲੈ ਲਓ, ਮੂਵਿੰਗ ਐਵਰੇਜ ਦਾ ਕੰਸੈਪਟ ਲੈਣਾ ਸ਼ੁਰੂ ਕਰ ਦਿਓ, ਸਿੰਗਲ 200 ਦਿਨ ਦੀ ਮੂਵਿੰਗ ਐਵਰੇਜ ਤੇ ਕੰਸੈਪਟ ਕਰਨਾ ਸ਼ੁਰੂ ਕਰ ਦਿਓ। ਪਹਿਲਾਂ ਕੰਟੀਨਿਊ ਦੇਖੋ ਵੀ ਉਹਨੂੰ ਫੋਲੋ ਕਰਦਾ ਵਾ। ਜਦੋਂ 200 ਦਿਨ ਦੇ ਉੱਪਰ ਜਾਂਦਾ ਵਾ ਤਾਂ ਕਿਸ ਤਰ੍ਹਾਂ ਦੀ ਮੂਵਮੈਂਟ ਹੁੰਦੀ ਹੈ, ਜਦੋਂ ਨੀਚੇ ਆਉਣਾ ਸ਼ੁਰੂ ਕਰਦਾ ਜਾਂ ਨੀਚੇ ਕਲੋਜ਼ ਦੇਣਾ ਸ਼ੁਰੂ ਕਰਦਾ ਤਾਂ ਉਹਦੀ ਮੂਵਮੈਂਟ ਕਿਸ ਤਰ੍ਹਾਂ ਦੀ ਹੁੰਦੀ ਆ, ਕਿਹੜਾ ਉਹਨੂੰ ਰਿਸਪੈਕਟਲੀ ਫੋਲੋ ਕਰਦਾ ਵਾ, ਕਿਹੜਾ ਉਹਨੂੰ ਡਿਸਰਿਸਪੈਕਟ ਦੇਣ ਡਿਆ ਵਾ। ਦੇਖੋ ਦੋਸਤੋ, ਸਟਾਕ ਦਾ ਆਪਣਾ ਬਿਹੇਵੀਅਰ ਹੁੰਦਾ ਵਾ। ਮੈਂ ਪਹਿਲਾਂ ਵੀ ਗੱਲ ਕੀਤੀ, ਹਰ ਸਟਾਕ ਆਪਣੇ ਸੁਭਾਅ ਨਾਲ ਚੱਲਦਾ ਵਾ। ਜਿਸ ਤਰ੍ਹਾਂ ਦੋਸਤੋ ਤੁਹਾਡਾ ਹਰ ਇੱਕ ਦਾ ਆਪਣਾ ਆਪਣਾ, ਇੱਕ ਪਰਿਵਾਰ ਦੇ ਵਿੱਚ ਜੇ 5 ਜੀ ਹੁੰਦੇ ਆ ਨਾ, ਪੰਜਾਂ ਦਾ ਸੁਭਾਅ ਆਪਸ ਦੇ ਵਿੱਚ ਨਹੀਂ ਮਿਲਦਾ। ਇਸੇ ਤਰ੍ਹਾਂ ਦੋਸਤੋ, ਸਟਾਕ ਜਿਹੜਾ ਵਾ ਉਹ ਆਪਣੇ ਸੁਭਾਅ ਨਾਲ ਚੱਲਦਾ ਵਾ।
ਕੁਝ ਸਟਾਕ ਜਿਹੜੇ ਆ ਸਟੱਡੀ ਨੂੰ ਫੋਲੋ ਕਰਦੇ ਆ, ਰਿਸਪੈਕਟ ਦਿੰਦੇ ਆ, ਕੁਝ ਰਿਸਪੈਕਟ ਨਹੀਂ ਦਿੰਦੇ। ਜਿਹੜੇ ਰਿਸਪੈਕਟ ਦਿੰਦੇ ਆ, ਦੇਖੋ ਦੋਸਤੋ ਆਪਾਂ ਕੀ ਕਰਦੇ ਆ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੀ ਤਾਂ ਆਪਾਂ ਇਹੋ ਚੀਜ਼ਾਂ ਕਰਦੇ ਆ ਨਾ। ਜਿਹੜਾ ਦੋਸਤ ਸਾਨੂੰ ਸਾਡੀ ਇੱਜ਼ਤ ਕਰਦਾ ਵਾ, ਰਿਸਪੈਕਟ ਕਰਦਾ ਵਾ, ਤਾਂ ਅਸੀਂ ਉਹਨੂੰ ਆਪਣੇ ਨਾਲ ਕੰਟੀਨਿਊ ਲਾਈ ਰੱਖਦੇ ਆ, ਤਾਂ ਅਸੀਂ ਉਹਦੇ ਨਾਲ ਕੰਟੀਨਿਊ ਨਿਭਾਉਂਦੇ ਵੀ ਆ। ਤੇ ਜਿਹੜਾ ਦੋਸਤ ਸਾਨੂੰ ਸਾਡੀ ਰਿਸਪੈਕਟ ਨਹੀਂ ਕਰਦਾ ਤਾਂ ਅਸੀਂ ਉਹਨੂੰ ਕੀ ਕਰਦੇ ਆ, ਅਸੀਂ ਉਹ ਤੋਂ ਨਕਾਰਾ ਕਰਨਾ ਸ਼ੁਰੂ ਕਰ ਦਿੰਦੇ ਆ, ਅਸੀਂ ਉਹਨੂੰ ਨਹੀਂ ਬੁਲਾਉਂਦੇ। ਤੇ ਇਸੇ ਤਰ੍ਹਾਂ ਦੋਸਤੋ ਸਟਾਕ ਦੇ ਵੀ ਬਿਹੇਵੀਅਰ ਆ। ਜਿਹੜਾ ਤੁਹਾਨੂੰ ਚੰਗੀ ਤਰ੍ਹਾਂ ਸਮਝਦਾ ਵਾ, ਜਿਹੜਾ ਤੁਹਾਡੀ ਸਟੱਡੀ ਨੂੰ ਫੋਲੋ ਕਰਨ ਡਿਆ ਸਟਾਕ, ਜਿਹੜਾ ਤੁਹਾਨੂੰ ਕਦੀ ਵੀ ਨਿਰਾਸ਼ ਨਹੀਂ ਕਰਦਾ, ਤਾਂ ਉਹਨੂੰ ਆਪਣਾ ਦੋਸਤ ਬਣਾਓ ਨਾ। ਹਰ ਇੱਕ ਦੇ ਮਗਰ ਕਿਉਂ ਭੱਜਣ ਦੀ ਲੋੜ ਆ? ਕੰਟੀਨਿਊ ਦੇਖੋ, ਵੱਡੇ ਵੱਡੇ ਪਲੇਟਫਾਰਮ ਤੇ ਕਰਨਾ ਤਾਂ ਛੋਟੇ ਤੇ ਕਰਨਾ ਸ਼ੁਰੂ ਕਰ ਦਿਓ। ਮੂਵਿੰਗ ਐਵਰੇਜ ਛੋਟੀਆਂ ਵੀ ਆ, 20 ਦੀ ਆ, 10 ਦੀ ਮੂਵਿੰਗ ਐਵਰੇਜ ਆ। ਛੋਟਾ ਟ੍ਰੇਡ ਲੈਣਾ ਵਾ, 20 50 ਦੀ ਕਰੋਸਓਵਰ ਨੂੰ ਟ੍ਰੇਡ ਕਰਨਾ ਸ਼ੁਰੂ ਕਰ ਦਿਓ, ਬਟ ਕਰੋ ਕੰਟੀਨਿਊ। ਕੰਟੀਨਿਊ ਇੱਕ ਚੀਜ਼ ਨੂੰ ਕਰੋਗੇ ਨਾ, ਤਾਂ ਤੁਹਾਨੂੰ 10 ਦੇ ਵਿੱਚੋਂ ਜੇ 8 ਸਟਾਕ ਵੀ ਤੁਹਾਡੇ ਪੋਜ਼ਿਟਿਵ ਹੋ ਗਏ ਨਾ, ਤਾਂ ਦੋਸਤੋ ਕਦੀ ਵੀ ਲਾਸ ਨਹੀਂ ਹੋਏਗਾ। ਤੇ ਜੇ ਤੁਸੀਂ ਰੂਲਸ ਡਿਸਪਲਿਨ ਦੇ ਨਾਲ ਨਹੀਂ ਆਉਂਦੇ ਮਾਰਕੀਟ ਦੇ ਵਿੱਚ, ਤਾਂ ਸਾਰਾ ਕੁਝ ਤੁਹਾਡੇ ਵਾਸਤੇ ਗਲਤ ਆ। ਮਾਰਕੀਟ ਤੁਹਾਡੇ ਵਾਸਤੇ ਫਿਰ ਹੈ ਹੀ ਨਹੀਂ ਆ। ਇਸ ਕਰਕੇ ਇਹਨੂੰ ਗੈਂਬਲਿੰਗ ਨਾ ਕਹੋ, ਮਾਰਕੀਟ ਨੂੰ ਤੁਸੀਂ ਸਮਝੋ, ਟਰਾਈ ਕਰੋ ਮਾਰਕੀਟ ਨੂੰ ਸਮਝਣ ਦੀ। ਇਹ ਸੀਗਾ ਦੋਸਤੋ ਛੋਟਾ ਜਿਹਾ ਕਨਸੈਪਟ ਮੂਵਿੰਗ ਐਵਰੇਜ ਦਾ, ਵੀ ਜਦੋਂ ਵੀ ਐਵਰੇਜ ਕੋਈ ਵੀ ਐਵਰੇਜ ਆ, ਕੋਈ ਸਟਾਕ ਦਾ ਪ੍ਰਾਈਸ ਆ ਮੂਵ ਕਰਦਾ ਵਾ, ਅਸੀਂ ਮੂਵਿੰਗ ਐਵਰੇਜ ਕੰਟੀਨਿਊ ਸ਼ਿਫਟ ਗਾਂਹ ਹੋਈ ਜਾਂਦੀ ਹੈ। ਜਿਹੜਾ ਨੈਕਸਟ ਡੇ ਹੋਏਗਾ, ਉਸ ਤੋਂ ਨੈਕਸਟ ਡੇ ਦੀ ਮੂਵਿੰਗ ਐਵਰੇਜ ਐਡ ਹੋ ਜਾਏਗੀ, ਪਿਛਲੇ ਦਿਨ ਨੂੰ ਕ੍ਰਾਸ ਕੀਤਾ ਜਾਵੇਗਾ। ਇਸ ਕਰਕੇ ਦੋਸਤੋ ਮੂਵਿੰਗ ਐਵਰੇਜ ਜਿਹੜੀ ਆ ਤੁਹਾਨੂੰ ਇਹੀ ਦੱਸਦੀ ਆ ਵੀ ਸਟਾਕ ਦਾ ਮੋਮੈਂਟਮ ਕਿਸ ਤਰ੍ਹਾਂ ਵਾ, ਸਟਾਕ ਮੂਵਮੈਂਟ ਕਿਸ ਤਰ੍ਹਾਂ ਦੀ ਕਰ ਰਿਹਾ ਵਾ, ਸਟਾਕ ਦਾ ਟ੍ਰੈਂਡ ਕਿਸ ਤਰ੍ਹਾਂ ਦਾ ਵਾ। ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਪਣੀ ਡੇਲੀ ਟ੍ਰੇਡਿੰਗ ਲਾਈਫ ਦੇ ਵਿੱਚ ਇੰਪਲੀਮੈਂਟ ਕਰੋ। ਜਿਹੜੇ ਇਹ ਉਹਨਾਂ ਦੋਸਤਾਂ ਦੇ ਲਈ ਆ, ਪਹਿਲਾਂ ਵੀ ਮੈਂ ਤੁਹਾਨੂੰ ਦੱਸ ਰਿਹਾ ਸੀਗਾ, ਵੀ ਜਿਹੜੇ ਮਾਰਕੀਟ ਨੂੰ ਸਮਝਣਾ ਚਾਹੁੰਦੇ ਆ, ਅਜੇ ਪਤਾ ਕੁਛ ਨਹੀਂ ਆ, ਤਾਂ ਸਿੱਧਾ ਹੀ ਲੋਕਾਂ ਦੀਆਂ ਗੱਲਾਂ ਸੁਣ ਕੇ ਸਿੱਧਾ ਹੀ ਟ੍ਰੇਡ ਕਰਨਾ ਸ਼ੁਰੂ ਕਰ ਦਿੰਦੇ ਆ, ਇਨਵੈਸਟ ਕਰਨਾ ਸ਼ੁਰੂ ਕਰ ਦਿੰਦੇ। ਇਹ ਉਹਨਾਂ ਦੋਸਤਾਂ ਦੇ ਲਈ ਆ ਵੀ ਆਪਣੀ ਕੈਪੀਟਲ ਬਚਾਓ, ਰਿਸਕ ਨੂੰ ਸਮਝੋ, ਰਿਵਾਰਡ ਨੂੰ ਸਮਝੋ। ਟ੍ਰੇਡ ਲੈਣ ਤੋਂ ਪਹਿਲਾਂ ਆਪਣਾ ਇਹ ਦੇਖੋ ਵੀ ਰਿਸਕ ਮੇਰਾ ਜਿਹੜਾ ਵਾ ਵਾ, ਕਿੰਨਾ ਮੈਂ ਲਾਸ ਖਾ ਸਕਦਾ ਵਾਂ। ਦੋਸਤੋ ਇਹ ਵੀ ਇੱਕ ਚੀਜ਼ ਹੋਰ ਮੈਂ ਤੁਹਾਡੀ ਐਡ ਕਰਦਾ ਵਾਂ, ਕਦੀ ਵੀ ਇੱਕ ਦਿਮਾਗ 'ਚ ਪਾ ਲਓ ਵੀ ਮੈਂ ਇੱਕ ਦਿਨ ਦੇ ਵਿੱਚ ਇੰਨਾ ਲਾਸ ਲੈਣਾ ਵਾ। ਉਸ ਤੋਂ ਬਾਅਦ ਜੇ ਲਾਸ ਹੋ ਜਾਂਦਾ ਤਾਂ ਟਰਮੀਨਲ ਨੂੰ ਬੰਦ ਕਰ ਦਿਓ, ਐਗਰੈਸਿਵ ਨਾ ਹੋਵੋ, ਕੁਛ ਨਾ ਕਰੋ, ਕੁਛ ਨਾ ਬਿਲਕੁਲ ਸਿਸਟਮ ਨੂੰ ਬੰਦ ਕਰ ਦਿਓ। ਕਦੀ ਵੀ ਤੁਹਾਨੂੰ ਨੁਕਸਾਨ ਨਹੀਂ ਹੋਵੇਗਾ। ਜਦੋਂ ਤੁਸੀਂ ਲਾਸ ਨੂੰ ਰਿਕਵਰ ਕਰਨ ਦੀ ਸੋਚਦੇ ਹੋ ਨਾ, ਮੰਨ ਲਓ ਕਿਸੇ ਸਟਾਕ ਦੇ ਵਿੱਚ ਤੁਹਾਨੂੰ ਲਾਸ ਹੋ ਗਿਆ, ਗਲਤ ਐਂਟਰੀ ਹੋ ਗਈ ਤਾਂ ਲਾਸ ਹੋ ਗਿਆ, ਤੁਸੀਂ ਉਸ ਲਾਸ ਨੂੰ ਰਿਕਵਰ ਕਰਨ ਦੇ ਤਰੀਕੇ ਨਾਲ ਆਓਗੇ, ਤਾਂ ਇਹ ਆਪਣੀ ਥਿੰਕਿੰਗ ਲੈ ਕੇ ਆਓਗੇ, ਤਾਂ ਮਾਰਕੀਟ ਦੇ ਵਿੱਚ ਲਾਸ ਰਿਕਵਰ ਕਰਨ ਆਓਗੇ ਤਾਂ ਮਾਰਕੀਟ ਰਿਵਾਰਡ ਕਰੇਗੀ ਹੀ ਨਹੀਂ। ਭੁੱਲ ਜਾਓ ਜੋ ਗਲਤੀ ਹੋ ਗਈ ਆ, ਗਲਤੀ ਨੂੰ ਭੁੱਲ ਜਾਓ, ਉਹਨੂੰ ਦੁਹਰਾਓ ਨਾ। ਇਹ ਸੋਚੋ ਵੀ ਕਿਸ ਕਾਰਨ ਕਰਕੇ ਲਾਸ ਹੋਇਆ ਵਾ। ਇਹ ਚੀਜ਼ਾਂ ਜਿਹੜੀਆਂ ਨੂੰ ਇੰਪਲੀਮੈਂਟ ਕਰੋ ਦੋਸਤੋ, ਤਾਂ ਸਭ ਤੋਂ ਵਧੀਆ ਤੁਹਾਡੇ ਵਾਸਤੇ ਇਹੀ ਰਹੇਗਾ। ਆਪਣੀਆਂ ਚੀਜ਼ਾਂ ਨੂੰ ਸਟੱਡੀ ਨੂੰ ਵੱਧ ਤੋਂ ਵੱਧ ਕਰੋ, ਪਰ ਸਟ੍ਰੈਟਜੀ ਇੱਕ ਹੀ ਫੋਲੋ ਕਰੋ। ਚਾਹੇ ਕੋਈ ਵੀ ਕਨਸੈਪਟ ਆ, ਉਹਨੂੰ ਇੱਕ ਨੂੰ ਹੀ ਫੋਲੋ ਕਰੋ। ਠੀਕ ਹੈ ਦੋਸਤੋ, ਜੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ। ਓਕੇ ਦੋਸਤੋ, ਥੈਂਕ ਯੂ।